हाँ जी बेटे, फिर आज वही डिस्टरबेंस हो रही है कि लाइट चली गई और हुन फिर प्रॉब्लम आ रही है। हाँ जी बेटे, ਅਸੀਂ ਪਲੈਨਿੰਗ ਦੀ ਗੱਲ ਕਰ ਰਹੇ ਸੀਗੇ। ਪਲੈਨਿੰਗ ਦੇ ਵਿੱਚ ਜਿਹੜਾ ਹੈਗਾ ਜੋ ਵੀ ਅਸੀਂ ਡਿਸਾਈਡ ਕਰਨ ਦਾ ਜਿਹੜਾ ਹੈਗਾ ਪ੍ਰੋਸੈਸ ਹੈ ਕਿ ਅਸੀਂ ਡਿਸਾਈਡ ਕਰਨਾ ਹੈ ਕਿ ਕੀ ਕਰਨਾ ਹੈ, what to do, when to do, how to do, who will do, ਕਿ ਮਤਲਬ ਕੀ ਕਰਨਾ ਹੈ, ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ ਤੇ ਕੌਣ ਕਰੇਗਾ। ਠੀਕ ਹੈ, that is planning। ਠੀਕ ਹੈ, ਜਿਸ ਤਰ੍ਹਾਂ ਕਿ ਹਾਰਟ ਜਿਹੜਾ ਹੈਗਾ, ਇਹਦੇ ਚ ਤੁਹਾਨੂੰ ਨਾਮ ਦਿਖਾਈ ਦੇ ਰਿਹਾ ਹੈ ਹਾਰਟ। ਹਾਰਟ ਕੌਣ ਹੈ? ਹਾਰਟ ਜਿਹੜਾ ਹੈ ਕੋਈ ਮੈਨੇਜਮੈਂਟ ਥਿਊਰੀ ਜਿਹੜੀ ਦਿੰਦੇ ਨੇ, ਜਿਨ੍ਹਾਂ ਨੇ ਮੈਨੇਜਮੈਂਟ ਥਿਊਰੀਜ਼ ਬਣਾਈਆਂ ਨੇ, ਠੀਕ ਹੈ, ਜਿਨ੍ਹਾਂ ਨੇ ਮੈਨੇਜਮੈਂਟ ਤੇ ਬਹੁਤ ਜ਼ਿਆਦਾ ਸੋਚਿਆ, ਠੀਕ ਹੈ, ਉਹਨਾਂ ਵਿੱਚੋਂ ਹਾਰਟ ਹੈ। ਹਾਰਟ ਪਲੈਨਿੰਗ ਬਾਰੇ ਕਹਿੰਦਾ ਕਿ ਐਡਵਾਂਸ ਦੇ ਵਿੱਚ ਅਸੀਂ ਲਾਈਨ ਆਫ ਐਕਸ਼ਨ ਲੈਣਾ ਹੁੰਦਾ ਹੈ। ਐਡਵਾਂਸ ਦੇ ਵਿੱਚ, ਐਡਵਾਂਸ ਮਤਲਬ ਪਹਿਲੇ ਹੀ ਲਾਈਨ ਆਫ ਐਕਸ਼ਨ ਜਿਹੜਾ ਹੈ ਸੈੱਟ ਕਰਨਾ ਹੁੰਦਾ ਹੈ। ਠੀਕ ਹੈ, ਤਾਂ ਕਿ ਜਿਹੜੇ ਸਾਡੇ ਰਿਕੁਆਇਰਡ ਆਬਜੈਕਟਿਵਸ ਨੇ ਅਸੀਂ ਉਹ ਅਚੀਵ ਕਰ ਸਕੀਏ। ਠੀਕ ਹੈ, that is planning। ਠੀਕ ਹੈ, ਪਲੈਨਿੰਗ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਕਾਫੀ ਕੁਝ ਆ ਜਾਂਦਾ ਹੈਗਾ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕੱਲ ਵੀ ਦੱਸ ਰਹੀ ਸੀਗੀ ਕਿ ਪਾਲਿਸੀਜ਼, ठीक है, प्रोसीजर्स, स्ट्रेटजीज, बजट बनाना, ठीक है, पैसा देखना कि कितना कित्थों आएगा, किवें आएगा, ठीक है, प्रोसीजर पॉलिसीज की होणगियां, ठीक है, ये सारा कुछ जिहड़ा हैगा सैट करना हुंदा है। ठीक है, प्लैनिंग दे विच आ जांदा है। तां सो आपां इह कह सकदे हां कि जिहड़ी प्लैनिंग हुंदी है ਉਹ सिर्फ असीं काम बारे सोचना है कि किहड़ा काम करना है, किवें करना है, कदों करना है, कौन करूगा। ठीक है, प्लैनिंग का मतलब सिर्फ सोचन दा जिहड़ा प्रोसैस है, थिंकिंग प्रोसैस हैगा। ठीक है, नथिंग एल्स। ठीक है, बट ये वेरी इंपॉर्टेंट है क्योंकि जो आपां एक बारी प्लैनिंग कर ली तो फिर सानू समझ आ जाता है कि असीं किवें किवें काम करना है, कदों करना है। ठीक है, तो फिर असीं उहदे अकॉर्डिंगली बाद दे विच काम कर सकते हैं। ठीक है, सैकेंड जिहड़ा है तुहाडा मैनेजमेंट दा फंक्शन वो है ऑर्गेनाइजिंग। ठीक है, ऑर्गेनाइजिंग दा मतलब हुंदा है कि भी ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹ ਇਹ ਚੈੱਕ ਕਰ ਲੈਂਦੀ ਹੈ ਕਿ ਕਿਹੜੇ ਕਿਹੜੇ ਕੰਮ ਕਰਨੇ ਨੇ, ਉਹਨਾਂ ਜਿਹੜੇ ਵੀ ਟਾਸਕ ਕੀਤੇ ਜਾਣੇ ਨੇ ਉਹਨਾਂ ਸਾਰੇ ਟਾਸਕਸ ਦੇ ਗਰੁੱਪ ਬਣਾ ਲਏ ਜਾਂਦੇ ਨੇ। ਗਰੁੱਪਿੰਗ ਦੇ ਨਾਲ ਜਿਹੜਾ ਹੈ ਥੋੜਾ ਈਜ਼ੀ ਹੋ ਜਾਂਦਾ ਹੈ, ਗਰੁੱਪਿੰਗ ਦੇ ਨਾਲ ਕਿ ਪੂਰਾ ਦਾ ਪੂਰਾ ਗਰੁੱਪ ਜਿਹੜਾ ਹੈਗਾ ਉਹ ਕਿਸੇ ਇੱਕ ਗਰੁੱਪ ਨੂੰ ਜਾਂ ਕਿਸੇ ਇੰਡੀਵਿਜੂਅਲ ਨੂੰ ਦੇ ਦਿੱਤਾ ਜਾਂਦਾ ਹੈ। ਦੇਖ ਲਿਆ ਜਾਂਦਾ ਹੈਗਾ ਕਿ ਜਿਹੜਾ ਉਹ ਟਾਸਕ ਹੈ ਉਹ ਕਿੰਨਾ ਵੱਡਾ ਹੈ, ਉਹਦੇ ਵਿੱਚ ਇੱਕ ਬੰਦੇ ਨਾਲ ਕੰਮ ਚੱਲ ਜਾਏਗਾ ਜਾਂ ਜ਼ਿਆਦਾ ਨਾਲ ਚੱਲੇਗਾ। ਠੀਕ ਹੈ, ਤਾਂ ਜੇ ਤਾਂ ਇੱਕ ਨਾਲ ਚੱਲਿਆ ਜਾਂਦਾ ਤਾਂ ਉਸ ਇੰਡੀਵਿਜੂਅਲ ਨੂੰ ਜਿਹੜਾ ਹੈ ਉਹ ਪੂਰਾ ਹੀ ਗਰੁੱਪ ਜਿਹੜਾ ਹੈ ਟਾਸਕ ਦਾ ਦੇ ਦਿੱਤਾ ਜਾਂਦਾ ਹੈ। ਕਿਉਂਕਿ ਮਿਲਦੇ ਜੁਲਦੇ ਕੰਮ ਹੁੰਦੇ ਆ ਨਾ ਕਈ ਵਾਰੀ, ਤਾਂ ਫਿਰ ਇੱਕ ਤਰ੍ਹਾਂ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਦੋ, ਦੂਸਰੀ ਤਰ੍ਹਾਂ ਦੇ ਜਿਹੜੇ ਵਰਕ ਹੈ ਦੂਜੀ ਜਗ੍ਹਾ ਤੇ, ਫਿਰ ਅੱਗੋਂ ਉਹਨਾਂ ਨੂੰ ਉਹਨੂੰ ਅਸਾਈਨ ਕਰ ਦੋ ਕਿ ਕੌਣ ਕਰੇਗਾ। ਠੀਕ ਹੈ, ਜਿਵੇਂ ਪਹਿਲਾ ਗਰੁੱਪ ਜਿਹੜਾ ਕਿਸੇ ਇੱਕ ਨੂੰ ਦੇ ਦੋ, ਦੂਸਰਾ ਗਰੁੱਪ ਕਿਸੇ ਦੂਸਰੇ ਬੰਦੇ ਨੂੰ ਦੇ ਦੋ, ਤੇ ਜੇ ਉਸ ਗਰੁੱਪ ਦੇ ਵਿੱਚ ਕੰਮ ਜ਼ਿਆਦਾ ਹੈਗਾ ਤਾਂ ਅਸੀਂ ਜਿਹੜਾ ਹੈ ਕਿਸੇ ਇੱਕ ਇੰਡੀਵਿਜੂਅਲ ਨੂੰ ਨਹੀਂ ਦਾਂਗੇ ਬਲਕਿ ਗਰੁੱਪ ਆਫ ਇੰਡੀਵਿਜੂਅਲਸ ਨੂੰ ਦਵਾਂਗੇ। ਮਤਲਬ ਕਿ ਇੱਕ ਤੋਂ ਵੱਧ ਜਿਹੜੇ ਹੈ ਪਰਸਨਸ ਉਹਨਾਂ ਨੂੰ ਉਹ ਕੰਮ ਜਿਹੜਾ ਹੈ ਅਸਾਈਨ ਕਰ ਦਿੱਤਾ ਜਾਏਗਾ। ਤੇ ਨਾਲ ਹੀ ਆਰਗੇਨਾਈਜ਼ਿੰਗ ਦੇ ਵਿੱਚ ਮਤਲਬ ਆਰਗੇਨਾਈਜ਼ਿੰਗ ਦੇ ਵਿੱਚ ਸਭ ਤੋਂ ਮੇਨ ਚੀਜ਼ ਇਹੀ ਹੈ ਕਿ ਅਸੀਂ ਜਿਹੜੇ ਪਰਸਨਸ ਹੈਗੇ ਆ, ਜਿਹੜੇ EMPLOYEES ਹੈਗੇ ਆ, ਉਹਨਾਂ ਨੂੰ ਉਹਨਾਂ ਦੇ ਕੰਮ ਦੀ ਡਿਵੀਜ਼ਨ ਕਰ ਦੇਣੀ ਹੈ ਕਿ ਕੌਣ ਕੀ ਕਰੇਗਾ। ਉਹਨਾਂ ਨੂੰ ਉਹਨਾਂ ਦੀ ਡਿਊਟੀ ਲਗਾ ਦੇਣੀ ਹੈ ਕਿ ਤੁਸੀਂ ਇਹ ਕੰਮ ਕਰਨਾ ਹੈ, ਪਹਿਲੇ EMPLOYEE ਨੇ ਇਹ ਕਰਨਾ ਹੈ, ਦੂਸਰੇ ਨੇ ਇਹ ਕਰਨਾ ਹੈ, ਤੀਸਰੇ ਨੇ ਇਹ ਕਰਨਾ ਹੈ। that is called assignment of task। ਠੀਕ ਹੈ, ਤਾਂ ਉਹਦੇ ਵਿੱਚ ਨਾਲ ਹੀ ਬੇਟੇ ਇੱਥੇ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਜਿਹੜੀ ਕਿ ਤੁਹਾਨੂੰ ਸ਼ਾਇਦ ਹਜੇ ਤੱਕ ਨਹੀਂ ਜ਼ਿਆਦਾ ਪਤਾ ਹੈਗੀ। ਉਹ ਹੈ ਕਿ ਇਹਦੇ ਵਿੱਚ ਜਿਹੜਾ ਹੈ ਡੈਲੀਗੇਟ ਅਥਾਰਟੀ। ਠੀਕ ਹੈ, ਇੱਥੇ ਕੁਝ ਟਾਸਕ ਜਿਹੜੇ ਆ ਲਿਖੇ ਵੀ ਹੋਏ ਸੀ ਤੁਹਾਡੇ ਕੋਲ, ਲੇਕਿਨ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ। ਲੇਕਿਨ ਆਹ ਵਾਲਾ ਜਿਹੜਾ ਹੈ ਡੈਲੀਗੇਟ ਅਥਾਰਟੀ ਐਂਡ ਫਿਕਸ ਰਿਸਪੌਂਸਿਬਿਲਿਟੀ। ਠੀਕ ਹੈ, ਇੱਥੇ ਇੱਕ ਤੁਸੀਂ ਦੇਖ ਰਹੇ ਹੋ ਟੂ ਡੈਲੀਗੇਟ ਅਥਾਰਟੀ ਐਂਡ ਫਿਕਸ ਰਿਸਪੌਂਸਿਬਿਲਿਟੀ। ਠੀਕ ਹੈ, ਇਹਦੇ ਵਿੱਚ ਕੀ ਹੈ ਕਿ ਵੀ ਜਿਸ ਤੋਂ ਵੀ ਤੁਸੀਂ ਕੰਮ ਕਰਵਾਣਾ ਤਾਂ ਉਹਨੂੰ ਤੁਸੀਂ ਕੁਝ ਅਥਾਰਟੀ ਵੀ ਦੋਗੇ, मतलब कि कोई खुल भी दोगे
ਉਹਦੀ ਰਿਸਪੌਂਸਿਬਿਲਟੀ ਵੀ ਫਿਕਸ ਕਰੋਗੇ ਵੀ ਇਹ ਕੰਮ ਤੂੰ ਹੀ ਕਰਵਾਣਾ ਹੈ ਔਰ ਇੰਨੇ ਸਮੇਂ ਦੇ ਵਿੱਚ ਕਰਵਾਣਾ ਹੈ, ਠੀਕ ਹੈ। ਤੇ ਤੂੰ ਜੇ ਤੈਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੂੰ ਆਪਣੇ ਜਿਹੜੇ ਹਾਇਰ ਆਫੀਸਰਸ ਨੇ ਉਹਨਾਂ ਨਾਲ ਗੱਲ ਕਰ ਸਕਦਾ ਹੈ, ਬਟ ਇਹ ਨਹੀਂ ਹੈ ਕਿ ਕੰਮ ਰੁਕ ਜਾਏ, ਠੀਕ ਹੈ। ਕੰਮ ਹਰ ਹਾਲਤ ਕਰਵਾਣਾ ਹੈ। ਜਿਸ ਤਰ੍ਹਾਂ ਕਿ ਜੇ ਉਹਨਾਂ ਨੂੰ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਵੀ ਜਿਹੜਾ ਇਹ ਕੰਮ ਹੈ 1000-1200 ਦੇ ਵਿੱਚ ਤੁਸੀਂ ਆਰਾਮ ਨਾਲ ਕਰਵਾ ਸਕਦੇ ਹੋ। ਤਾਂ ਹੁਣ ਇਹ ਉਹਨੂੰ ਜੇ 1000 ਲੱਗਦਾ ਤਾਂ ਉਹ 1000 ਲਗਾਏਗਾ, ਜੇ 1100 ਰੁਪਏ ਲੱਗਦੇ ਤਾਂ 1100 ਲਗਾਏਗਾ। ਮਤਲਬ ਉਹਦੇ ਕੋਲ ਇੰਨੀ ਪਾਵਰ ਹੋਣੀ ਚਾਹੀਦੀ ਹੈ। ਡੈਲੀਗੇਸ਼ਨ ਆਫ ਅਥਾਰਟੀ ਦਾ ਇਹੀ ਮਤਲਬ ਹੁੰਦਾ ਹੈ ਕਿ ਉਹਨੂੰ ਥੋੜੀ ਪਾਵਰ ਵੀ ਦਿੱਤੀ ਜਾਏ, ਤਦੀ ਉਹਦੀ ਨਾਲ ਹੀ ਫਿਰ ਉਹਦੀ ਰਿਸਪੌਂਸਿਬਿਲਟੀ ਵੀ ਫਿਕਸ ਕਰ ਦਿੱਤੀ ਜਾਂਦੀ ਹੈ ਵੀ ਕੱਲੀ ਰਿਸਪੌਂਸਿਬਿਲਟੀ ਦੇਣ ਨਾਲ ਫਾਇਦਾ ਨਹੀਂ ਹੁੰਦਾ, ਉਹਨੂੰ ਨਾਲ ਪਾਵਰ ਵੀ ਦੇਣੀ ਪੈਂਦੀ ਹੈ। ਇਹ ਦੋਨੋਂ ਮਿਕਸ ਕਰਕੇ ਜਿਹੜਾ ਹੈ ਚੱਲਦੇ ਆ। ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਹੈ ਜਿਹੜੀ ਹੈ ਅਥਾਰਟੀ ਡੈਲੀਗੇਟ ਕੀਤੀ ਜਾਂਦੀ ਹੈ, ਮਤਲਬ ਕਿ ਸਬੋਰਡੀਨੇਟਸ ਨੂੰ ਵੀ ਕੁਝ ਪਾਵਰਸ ਦਿੱਤੀਆਂ ਜਾਂਦੀਆਂ ਨੇ, ਠੀਕ ਹੈ, ਤੇ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਫਿਕਸ ਕੀਤੀ ਜਾਂਦੀ ਹੈ, ਠੀਕ ਹੈ। ਤੇ ਆਰਗੇਨਾਈਜ਼ਿੰਗ ਦੇ ਵਿੱਚ ਕੋਆਰਡੀਨੇਸ਼ਨ ਵੀ ਆ ਜਾਂਦਾ ਹੈ ਕਿ ਸਾਰੇ EMPLOYEES ਨੂੰ ਜਿਹੜਾ ਹੈ ਇਕੱਠਾ ਕਰਕੇ ਉਹਨਾਂ ਤੋਂ ਜਿਹੜਾ ਹੈ ਕੰਮ ਲਿਆ ਜਾਂਦਾ ਹੈਗਾ ਕਿ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਜੇ ਕੋਈ ਝਗੜੇ ਰਹਿਣਗੇ ਜਾਂ ਫਿਰ ਇੱਕ ਨੇ ਕੰਮ ਕਰਨਾ ਸੀ ਤਾਂ ਦੂਸਰੇ ਨੇ ਉਹ ਕੰਮ ਕਰਨਾ ਸੀ, ਤੇ ਜੇ ਪਹਿਲੇ ਨੇ ਉਹ ਕੰਮ ਕੀਤਾ ਹੀ ਨਹੀਂ ਹੈ ਤਾਂ ਦੂਸਰਾ ਕਿਵੇਂ ਕਰ ਸਕਦਾ ਹੈ। ਤਾਂ ਫਿਰ ਇਸ ਤਰ੍ਹਾਂ ਜਿਹੜੀ ਹੈ ਮੁਸ਼ਕਿਲ ਆ ਸਕਦੀ ਹੈ। ਤਾਂ ਫਿਰ ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹ ਇਹਨਾਂ ਨੂੰ ਕੋਆਰਡੀਨੇਟ ਵੀ ਸਾਰੇ ਕੰਮਾਂ ਨੂੰ ਕਰਦੀ ਹੈ। ਨੈਕਸਟ ਜਿਹੜਾ ਹੈਗਾ ਟਾਸਕ that is staffing, ਠੀਕ ਹੈ। ਸਟਾਫਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜਾ ਹੈ ਮੈਨੇਜਮੈਂਟ ਉਹਨੇ ਕੀ ਕਰਨਾ ਹੁੰਦਾ, ਮੈਨ ਪਾਵਰ ਪਲੈਨਿੰਗ ਕਰਨੀ ਹੁੰਦੀ ਹੈ। ਸਟਾਫਿੰਗ ਦਾ ਮਤਲਬ ਹੈ ਵੀ EMPLOYEES ਨੂੰ ਰੱਖਣਾ ਹੈ, ਆਰਗੇਨਾਈਜੇਸ਼ਨ ਦੇ ਵਿੱਚ EMPLOYEES ਨੂੰ ਰੱਖਣਾ ਹੈ। ਕਿੰਨੇ EMPLOYEES ਚਾਹੀਦੇ ਨੇ, ਪੂਰੀ ਮੈਨ ਪਾਵਰ ਪਲੈਨਿੰਗ ਕਹਿੰਦੇ ਨੇ ਇਹਨੂੰ, ਕਿ ਮੈਨ ਪਾਵਰ ਕਿੰਨੀ ਚਾਹੀਦੀ ਹੈ, ਕਿਹੋ ਜੀ ਚਾਹੀਦੀ ਹੈ, ਉਹਨਾਂ ਦਾ ਕਿਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਕਿੰਨਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਕਿੰਨੇ EMPLOYEES ਚਾਹੀਦੇ ਨੇ, ਕਿਹੋ ਜਿਹੇ ਚਾਹੀਦੇ ਨੇ, ਉਹਨਾਂ ਦੀ ਕੁਆਲੀਫਿਕੇਸ਼ਨ, ਜੇ ਉਹਨਾਂ ਨੂੰ ਟ੍ਰੇਨਿੰਗ ਕਰਵਾਉਣੀ ਹੈ ਉਹਦਾ ਵੀ ਸਾਰੀ ਜਿਹੜੀ ਹੈਗੀ ਆ ਰਿਸਪੌਂਸਿਬਿਲਟੀ ਮੈਨੇਜਮੈਂਟ ਦੀ ਹੋਏਗੀ, ਠੀਕ ਹੈ। ਤਾਂ ਉਹਨਾਂ ਦੀ ਸਿਲੈਕਸ਼ਨ ਕਰਨੀ ਹੈ, ਟ੍ਰੇਨਿੰਗ ਕਰਵਾਉਣੀ ਹੈ, ਠੀਕ ਹੈ, ਐਡਵਰਟਾਈਜ਼ਮੈਂਟ ਦੇਣੀ ਹੈ, ਜੋ ਵੀ ਕਰਨਾ ਹੈ ਸਾਰੀ ਰਿਕਰੂਟਮੈਂਟ, ਸਿਲੈਕਸ਼ਨ, ਟ੍ਰੇਨਿੰਗ, ਇਹ ਸਾਰੀ ਜਿਹੜੀ ਹੈਗੀ ਹੈ ਰਿਸਪੌਂਸਿਬਿਲਟੀ ਸਟਾਫਿੰਗ ਦੇ ਵਿੱਚ ਆ ਜਾਂਦੀ ਹੈ। ਔਰ ਸਟਾਫਿੰਗ ਜਿਹੜੀ ਹੈ ਮੈਨੇਜਮੈਂਟ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਇਹ ਮੈਨੇਜਮੈਂਟ ਦਾ ਇੱਕ ਵੈਰੀ ਇੰਪੋਰਟੈਂਟ ਫੰਕਸ਼ਨ ਹੈਗਾ, ਕਿਉਂਕਿ ਜੇ ਸਾਡੇ ਕੋਲ EMPLOYEES ਦੇ ਅਕੋਰਡਿੰਗ ਟੂ ਆਰਗੇਨਾਈਜੇਸ਼ਨ ਹੋਣਗੇ, ਆਰਗੇਨਾਈਜੇਸ਼ਨ ਦੇ ਟਾਸਕ ਦੇ ਹਿਸਾਬ ਦੇ ਨਾਲ ਹੋਣਗੇ, ਤਾਂ ਜਿਹੜੀ ਹੈ ਕੋਈ ਵੀ ਆਰਗੇਨਾਈਜੇਸ਼ਨ ਸਮੂਥਲੀ ਜਿਹੜਾ ਹੈ ਵਰਕ ਕਰ ਸਕਦੀ ਹੈ, ਠੀਕ ਹੈ। ਫਿਰ ਉਹਨਾਂ ਦੀ ਪਲੇਸਮੈਂਟ ਵੀ ਕਰਨੀ ਹੁੰਦੀ ਹੈ। ਪਲੇਸਮੈਂਟ ਦਾ ਮਤਲਬ ਹੈ ਵੀ ਉਹਨਾਂ ਨੂੰ ਉਹਨਾਂ ਦੇ ਕੰਮ ਤੇ ਲਗਾ ਦੇਣਾ, ਜਿਹੜੇ ਵੀ EMPLOYEES ਹੈਗੇ ਆ, ਠੀਕ ਹੈ। ਇੱਕ ਜਿਹੜਾ ਨੈਕਸਟ ਹੈਗਾ ਡਿਵੈਲਪਮੈਂਟ, ਪ੍ਰਮੋਸ਼ਨ, ਟ੍ਰਾਂਸਫਰ, ਠੀਕ ਹੈ। ਇਹ 3 ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਨੇ, ਠੀਕ ਹੈ। ਇਹਨਾਂ ਦਾ ਇਹ ਮਤਲਬ ਹੈ ਕਿ ਡਿਵੈਲਪਮੈਂਟ ਦਾ ਮਤਲਬ ਹੁੰਦਾ ਕਿ ਜਿਸ ਤਰ੍ਹਾਂ ਕੋਈ EMPLOYEES ਪਹਿਲਾਂ ਤੋਂ ਕੰਮ ਕਰ ਰਹੇ ਨੇ ਲੇਕਿਨ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਹੈ ਕੁਝ ਹੋਰ ਟ੍ਰੇਨਿੰਗ ਦੀ ਜ਼ਰੂਰਤ ਹੈ, ਜਾਂ ਜਿਵੇਂ ਮਸ਼ੀਨਾਂ ਹੀ ਨਵੀਆਂ ਆ ਜਾਂਦੀਆਂ ਨੇ ਬੇਟਾ, ਠੀਕ ਹੈ, ਕਿਉਂਕਿ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈਗੀ ਹੈ, ਜਾਂ ਆਰਗੇਨਾਈਜੇਸ਼ਨ ਨੇ ਕੁਝ ਨਵਾਂ ਕੰਮ ਕਰਨਾ ਹੈ, ਤਾਂ ਜਿਹੜੇ 올ਡ EMPLOYEES ਨੇ ਉਹਨਾਂ ਨੂੰ ਕੱਢ ਤਾਂ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਹੋਰ ਥੋੜੀ ਜਿਹੀ ਟ੍ਰੇਨਿੰਗ ਜਾਂ ਉਹਨਾਂ ਦੇ ਵਿੱਚ ਕੋਈ ਹੋਰ ਜਿਹੜੀ ਹੈ ਡਿਵੈਲਪਮੈਂਟ ਕਰਕੇ ਉਹਨਾਂ ਤੋਂ ਕੰਮ ਜਿਹੜਾ ਹੈਗਾ ਲੈ ਲਿਆ ਜਾਂਦਾ, ਕਿਉਂਕਿ ਕੰਮ ਦਾ ਐਕਸਪੀਰੀਅੰਸ ਤਾਂ ਉਹਨਾਂ ਨੂੰ ਪਹਿਲੇ ਹੁੰਦਾ ਹੈ, ਲੇਕਿਨ ਜੇ ਕੁਝ ਨਵੀਂ ਟੈਕਨੋਲੋਜੀ ਨਾਲ ਜੋੜਨਾ ਹੈ, ਜਿਸ ਤਰ੍ਹਾਂ ਕਿ ਪਿੱਛੇ ਜਿਹਾ ਹੁਣ ਕੁਝ ਸਾਲਾਂ ਤੋਂ ਕੰਪਿਊਟਰਸ ਜਿਹੜੇ ਆ ਜ਼ਿਆਦਾ ਐਡ ਹੋ ਗਏ, ਤਾਂ ਜਿਵੇਂ ਜਿਹੜੇ 올ਡ EMPLOYEES ਸੀਗੇ ਉਹਨਾਂ ਨੂੰ ਕੰਪਿਊਟਰਸ ਬਾਰੇ ਜ਼ਿਆਦਾ ਨੌਲੇਜ ਨਹੀਂ ਸੀ, ਤਾਂ ਫਿਰ ਠੀਕ ਹੈ ਉਹਨਾਂ ਨੂੰ ਟਾਈਪਿੰਗ ਵਗੈਰਾ ਆਉਂਦੀ ਸੀ, ਕੰਮ ਵੀ ਕਰਨਾ ਆਉਂਦਾ ਸੀ, ਹੱਥ ਨਾਲ ਕੰਮ ਉਹ ਬੜਾ ਵਧੀਆ ਕਰ ਲੈਂਦੇ ਸੀ, ਤਾਂ ਫਿਰ ਨਾਲ ਉਹਨਾਂ ਨੂੰ ਕੰਪਿਊਟਰ ਦੇ ਕੋਰਸ ਕਰਵਾ ਦਿੱਤੇ ਗਏ, ਤਾਂ ਕਿ ਜਿਹੜਾ ਹੈ ਪੁਰਾਣੇ EMPLOYEES ਜਿਹੜੇ ਨੇ ਐਕਸਪੀਰੀਅੰਸਡ ਨੇ ਅਦਰਵਾਈਜ਼, ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਡਿਵੈਲਪਮੈਂਟ ਹੋ ਗਈ, ਉਹਨਾਂ ਦੀ ਕੁਆਲੀਫਿਕੇਸ਼ਨ ਵੱਧ ਗਈ, ਜਾਂ ਕਹਿ ਲਓ ਕਿ ਉਹਨਾਂ ਦੀ ਐਫੀਸ਼ੀਐਂਸੀ ਵੱਧ ਗਈ। ਇਸ ਤਰ੍ਹਾਂ ਦਾ ਵੀ ਜਿਹੜਾ ਹੈ ਆਰਗੇਨਾਈਜੇਸ਼ਨ ਮੈਨੇਜਮੈਂਟ ਕਰਦੀ ਹੈ। ਤਾਂ ਫਿਰ ਇੱਕ ਪ੍ਰਮੋਸ਼ਨ, ਬੇਟਾ ਜਿਹੜੇ ਆਫੀਸਰਸ ਹੁੰਦੇ ਨੇ ਜਾਂ ਕੰਮ ਕਰਨ ਵਾਲੇ ਵਰਕਰਸ ਹੁੰਦੇ ਨੇ,
ਉਹਨਾਂ ਸਾਰਿਆਂ ਨੂੰ ਪ੍ਰਮੋਸ਼ਨ ਦਾ ਚਾਂਸ ਮਿਲਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਨੂੰ ਪਤਾ ਹੋਏ ਕਿ ਅਸੀਂ ਪ੍ਰਮੋਟ ਹੋਣਾ ਹੈ, ਅਸੀਂ ਵੀ ਅੱਗੇ ਵਧਣਾ ਹੈ, ਤਾਂ ਫਿਰ ਅਸੀਂ ਕੁਝ ਨਵਾਂ ਨਵਾਂ ਸਿੱਖਦੇ ਵੀ ਹਾਂ, ਤੇ ਜਿਹੜੇ ਸਾਡੇ ਆਫੀਸਰ ਸਾਡੇ ਤੇ ਕੰਮ ਕਰ ਰਹੇ ਹੁੰਦੇ ਨੇ, ਅਸੀਂ ਵੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਗ੍ਹਾ ਲੈਣੀ ਹੁੰਦੀ ਹੈ, ਤਾਂ ਉਹਨਾਂ ਤੋਂ ਅਸੀਂ ਕੰਮ ਸਿੱਖਦੇ ਰਹਿੰਦੇ ਹਾਂ। ਤਾਂ ਇਹ ਇੱਕ ਮੋਟੀਵੇਸ਼ਨ ਕਹਿ ਸਕਦੇ ਹਾਂ ਕਿ ਜੇ ਆਪਾਂ ਨੂੰ ਲੱਗੇ ਕਿ ਆਪਾਂ ਨੇ ਤਾਂ ਇਹੀ ਸਾਰਾ ਉਮਰ ਜਿਹੜਾ ਹੈ ਪਹਾੜੀ ਢੋਣਾ ਹੈ, ਜਾਂ ਮੈਂ ਇਹੀ ਕੰਮ ਕਰਨਾ ਹੈ, ਠੀਕ ਹੈ, ਮੈਂ ਤਾਂ ਛੋਟਾ ਆਫੀਸਰ ਹੀ ਰਹਿਣਾ, ਤਾਂ ਫਿਰ ਜਿਹੜਾ ਹੈ ਜ਼ਿੰਦਗੀ 'ਚ ਕੁਝ ਅੱਛਾ ਕਰਨ ਦੀ ਜਿਹੜੀ ਹੈ ਇੱਛਾ ਨਹੀਂ ਰਹਿ ਜਾਂਦੀ। ਤਾਂ ਇਹ ਪ੍ਰਮੋਸ਼ਨ ਦੇ ਚਾਂਸਿਸ ਜਿਹੜੇ ਆ ਉਹ ਜ਼ਰੂਰ ਇਹਨਾਂ ਨੂੰ ਦਿੱਤੇ ਜਾਂਦੇ ਆ, ਤਾਂ ਕਿ ਇਹ ਥੋੜਾ ਹੌਸਲੇ ਨਾਲ, ਐਂਥੂਸੀਆਜ਼ਮ ਦੇ ਨਾਲ ਜਿਹੜਾ ਹੈ ਕੰਮ ਕਰਦੇ ਰਹਿਣ। ਠੀਕ ਹੈ, ਟ੍ਰਾਂਸਫਰ ਵੀ ਕਈਆਂ ਨੂੰ ਜ਼ਰੂਰਤ ਹੁੰਦੀ ਹੈ, ਟ੍ਰਾਂਸਫਰ ਵੀ ਕਰ ਦਿੱਤਾ ਜਾਂਦਾ ਹੈ, ਕਿਉਂਕਿ ਜਿਹੜੀਆਂ ਕਈ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਉਹਨਾਂ ਦੇ ਬਹੁਤ ਜਗ੍ਹਾ ਤੇ ਉੱਤੇ ਕੰਮ ਚੱਲ ਰਹੇ ਹੁੰਦੇ ਨੇ, ਤਾਂ ਉਹਨਾਂ ਨੂੰ ਜੇ ਪ੍ਰਮੋਸ਼ਨ ਦੇ ਕੇ ਟ੍ਰਾਂਸਫਰ ਕਰ ਦਿੰਦੇ ਆ, ਕਈ ਵਾਰੀ ਉਸੇ ਜਗ੍ਹਾ ਦੇ ਉੱਤੇ ਕਿਤੇ ਹੋਰ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੈ, ਜੇ ਟ੍ਰਾਂਸਫਰ ਦੀ ਲੋੜ ਹੈ ਤਾਂ ਉਹ ਵੀ ਕਰ ਦਿੱਤਾ ਜਾਂਦਾ ਹੈ। ਨੈਕਸਟ ਅਪਰੇਜ਼ਲ ਹੈਗੀ ਹੈ। ਅਪਰੇਜ਼ਲ ਦਾ ਮਤਲਬ ਹੈ ਕਿ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਉਹ ਕੰਮ ਕਿਸ ਤਰ੍ਹਾਂ ਦਾ ਕਰ ਰਹੇ ਨੇ। ਠੀਕ ਹੈ, ਪੂਰਾ ਐਨੂਅਲ ਰਿਪੋਰਟ ਉਹਨਾਂ ਦੀ ਤਿਆਰ ਕੀਤੀ ਜਾਂਦੀ ਹੈਗੀ ਹੈ ਹਰ ਸਾਲ, ਜਿਹੜਾ ਪਤਾ ਲੱਗ ਸਕੇ ਕਿ ਉਹਨਾਂ ਨੇ ਕਿਸ ਸਾਲ 'ਚ ਕਿੰਨਾ ਵਧੀਆ ਕੰਮ ਕੀਤਾ। ਨੈਕਸਟ ਜਿਹੜਾ ਹੈਗਾ ਉਹ ਹੈ ਡਿਟਰਮੀਨੇਸ਼ਨ ਆਫ EMPLOYEES remuneration। ਠੀਕ ਹੈ, remuneration ਮੀਨ ਸੈਲਰੀ ਜੋ ਦੇਣੀ ਹੈ ਉਹ ਵੀ ਸਟਾਫਿੰਗ ਦੇ ਵਿੱਚ ਮੈਨੇਜਮੈਂਟ ਨੇ ਹੀ ਕਰਨੀ ਹੁੰਦੀ ਹੈ। ਇਹ ਵੀ ਇੱਕ ਕੰਮ ਹੈ ਜਿਹੜਾ ਉਹ ਸਟਾਫਿੰਗ ਦੇ ਵਿੱਚ ਆਉਂਦਾ ਹੈ। ਠੀਕ ਹੈ, ਨੈਕਸਟ ਜਿਹੜਾ ਫੰਕਸ਼ਨ ਹੈ that is directing। ਠੀਕ ਹੈ, ਡਾਇਰੈਕਸ਼ਨਸ ਦੇਣੀਆਂ। ਠੀਕ ਹੈ, ਡਾਇਰੈਕਸ਼ਨਸ ਦੇ ਵਿੱਚ ਤੁਸੀਂ ਦੇਖੋਗੇ, ਤੁਸੀਂ ਬੇਟੇ ਇਸ ਫਾਈਲ ਨੂੰ ਜ਼ੂਮ ਕਰਕੇ ਦੇਖ ਸਕਦੇ ਹੋ। ਡਾਇਰੈਕਟਿੰਗ ਦੇ ਵਿੱਚ ਹੈ ਕਿ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਸ ਮੈਨੇਜਮੈਂਟ ਜਿਹੜੀ ਹੈ ਉਹ ਆਪਣੇ ਸਬੋਰਡੀਨੇਟਸ ਨੂੰ, ਸਬੋਰਡੀਨੇਟਸ ਮੀਨਸ ਹੇਠਾਂ ਕੰਮ ਕਰਨ ਵਾਲੇ ਜਿੰਨੇ ਵੀ ਨੇ, ਠੀਕ ਹੈ, ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਹੈ ਗਾਈਡ ਕਰਦੀ ਹੈ ਤਾਂ ਕਿ ਜਿਹੜਾ ਰਿਕੁਆਇਰਡ ਆਬਜੈਕਟਿਵਸ ਨੇ, ਜੋ ਵੀ ਆਬਜੈਕਟਿਵਸ ਤੇ ਪਹੁੰਚਣਾ ਹੈ ਉਹ ਇਫੈਕਟਿਵਲੀ ਔਰ ਬਹੁਤ ਵਧੀਆ ਢੰਗ ਦੇ ਨਾਲ ਵਧੀਆ ਪਰਫਾਰਮੈਂਸ ਜਿਹੜਾ ਹੈ ਸਬੋਰਡੀਨੇਟਸ ਦੇਣ। ਠੀਕ ਹੈ, ਇਹਨੂੰ ਆਪਾਂ ਇਸ ਜਗ੍ਹਾ ਦੇ ਉੱਤੇ ਨਾ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਮੈਨੇਜਮੈਂਟ ਜਿਹੜੀ ਹੈ ਉਹ ਇੱਥੇ ਐਕਸ਼ਨ 'ਚ ਹੁੰਦੀ ਹੈ। ਐਕਸ਼ਨ 'ਚ ਮੀਨਸ ਅੱਗੇ ਵੱਧ ਕੇ ਕੰਮ ਕਰਨਾ, ਲੀਡ ਕਰਨਾ, ਠੀਕ ਹੈ, ਮੋਟੀਵੇਟ ਕਰਨਾ, ਇਹ ਸਾਰਾ ਕੁਝ ਜਿਹੜਾ ਹੈ ਉਹ ਇਹਦੇ ਵਿੱਚ ਆਉਂਦਾ ਹੈ ਕਿ ਜਿਹੜੇ EMPLOYEES ਹੁੰਦੇ ਨੇ ਉਹਨਾਂ ਨੂੰ ਪੂਰਾ ਜਿਹੜਾ ਹੈ ਲੀਡ ਕੀਤਾ ਜਾਂਦਾ ਹੈ। ਠੀਕ ਹੈ, ਲੀਡਰਸ਼ਿਪ ਜਿਹੜੀ ਹੈ, ਲੀਡ ਕਰਨਾ ਪੈਂਦਾ ਹੈਗਾ ਮੈਨੇਜਮੈਂਟ ਨੂੰ। ਠੀਕ ਹੈ, ਮੈਨੇਜਮੈਂਟ ਮਤਲਬ ਇੱਥੇ ਐਕਸ਼ਨ 'ਚ ਰਹੇਗੀ। ਐਕਸ਼ਨ 'ਚ ਰਹੇਗੀ ਮੀਨਸ ਨਾਲ ਨਾਲ ਕੰਮ ਵੀ ਕਰੇਗੀ। ਠੀਕ ਹੈ, ਫਿਰ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਆਪਣੇ ਸਬੋਰਡੀਨੇਟਸ ਨੂੰ ਬੋਲ ਕੇ ਜਾਂ ਲਿਖ ਕੇ ਜਾਂ ਕਿਸੇ ਵੀ ਤਰੀਕੇ ਨਾਲ ਸਮਝਾਉਣ ਦੇ ਵਿੱਚ ਸਫਲ ਹੋ ਜਾਂਦੇ ਹੋ, ਸੈਟੀਸਫਾਈ ਕਰ ਦਿੰਦੇ ਹੋ, ਤਾਂ ਉਹ ਅੱਛਾ ਕੰਮ ਕਰੇਗਾ। ਅਦਰਵਾਈਜ਼ ਜੇ ਤੁਸੀਂ ਉਹਨੂੰ ਸਮਝਾਇਆ ਹੀ ਨਹੀਂ ਠੀਕ ਤਰ੍ਹਾਂ ਕੰਮ ਨੂੰ, ਠੀਕ ਹੈ, ਮੰਨ ਲਓ ਕਿ ਉਹ ਪੰਜਾਬੀ ਜਾਣਦਾ ਤੇ ਤੁਸੀਂ ਉਹਨੂੰ ਅੰਗਰੇਜ਼ੀ 'ਚ ਬੜਾ ਕੁਝ ਬੋਲਾਏ ਤੇ ਉਹਨੂੰ ਅੱਧਾ ਸਮਝ ਨਹੀਂ ਆਇਆ, ਠੀਕ ਹੈ, ਜਾਂ ਫਿਰ ਤੁਹਾਡੀ ਆਵਾਜ਼ ਇੰਨੀ ਇਫੈਕਟਿਵ ਨਹੀਂ ਹੈ ਤੇ ਉਹਦੇ ਤੇ ਉਹਨਾਂ ਅਸਰ ਨਹੀਂ ਕਰੇਗੀ। ਠੀਕ ਹੈ, ਇਹ ਸਾਰਾ ਕੁਝ ਕਮਿਊਨੀਕੇਸ਼ਨ ਦੇ ਵਿੱਚ ਆਉਂਦਾ। ਤਾਂ ਜਿਹੜੀ ਡਾਇਰੈਕਸ਼ਨਸ ਦੇਣੀਆਂ ਹੁੰਦੀਆਂ ਨੇ ਉਹਦੇ ਵਿੱਚ ਇਹ ਇੱਕ ਲੀਡ ਕਰਨ ਵਾਲੀ ਕੁਆਲਿਟੀ ਹੋਣੀ ਚਾਹੀਦੀ ਹੈ। ਮੈਨੇਜਮੈਂਟ ਦੇ ਵਿੱਚ ਲੀਡ ਕਰਨਾ ਹੁੰਦਾ ਹੈ, ਕਮਿਊਨੀਕੇਟ ਕਰਨਾ ਹੁੰਦਾ ਹੈ, ਠੀਕ ਹੈ, ਮੋਟੀਵੇਟ ਕਰਨਾ ਹੁੰਦਾ ਹੈ। ਠੀਕ ਹੈ, ਮੋਟੀਵੇਟ ਦਾ ਮਤਲਬ ਹੈ ਕਿ ਤੁਸੀਂ ਕਿਸੇ ਨੂੰ ਉਕਸਾ ਰਹੇ ਹੋ ਕੁਝ ਅੱਛਾ ਕਰਨ ਵਾਸਤੇ। ਠੀਕ ਹੈ, ਉਹਨੂੰ ਮੋਟੀਵੇਟ ਕਿਵੇਂ ਕਰਨਾ ਹੈ? ਚੱਲ ਵੀ ਜਿਵੇਂ ਆਪਾਂ ਕਿਸੇ ਤੋਂ ਕੰਮ ਕਰਾਉਣਾ, ਚੱਲ ਵੀ ਦਮ ਲਗਾ ਕੇ ਵਧੀਆ ਕੰਮ ਕਰ, ਕੱਲ ਨੂੰ ਤੂੰ ਵੀ ਆਫੀਸਰ ਬਣਨਾ ਹੈ, ਜਾਂ ਫਿਰ ਤੇਰੀ ਸੈਲਰੀ ਵਧਾ ਦੇਣੀ ਹੈ, ਜਾਂ ਫਿਰ ਜਿੰਨਾ ਪ੍ਰੋਫਿਟ ਹੋਏਗਾ ਉਹਦੇ ਵਿੱਚੋਂ EMPLOYEES ਨੂੰ ਵੀ ਬੋਨਸ ਦਿੱਤਾ ਜਾਏਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਮੋਟੀਵੇਸ਼ਨ ਦੇ ਪਲਾਨਸ ਹੁੰਦੇ ਨੇ ਮੈਨੇਜਮੈਂਟ ਕੋਲ। ਉਹ ਉਹਨਾਂ ਨੂੰ ਜਿਹੜਾ ਹੈ ਜਿਵੇਂ ਪੇਠੀ ਥਪਥਪਾ ਦਿੱਤੀ ਜਾਏ ਜੇ ਕਿਸੇ ਦੀ, ਜਾਂ ਉਹਨੂੰ ਵੈਰੀ ਗੁੱਡ ਕਹਿ ਦਿੱਤਾ ਜਾਏ, ਐਕਸੀਲੈਂਟ ਕਹਿ ਦਿੱਤਾ ਜਾਏ, ਤਾਂ ਉਹ ਕੰਮ ਕਰਨ ਦੇ ਲਈ ਮੋਟੀਵੇਟ ਹੋ ਜਾਏਗਾ। ਤਾਂ ਸਬੋਰਡੀਨੇਟਸ ਨੂੰ ਮੋਟੀਵੇਟ ਕਰਨਾ ਇਹ ਵੀ ਮੈਨੇਜਮੈਂਟ ਦਾ ਟਾਸਕ ਹੁੰਦਾ ਹੈ। ਔਰ ਨੈਕਸਟ ਹੈਗਾ ਸੁਪਰਵਿਜ਼ਨ। ਬੇਟੇ ਕੋਈ ਵੀ ਕੰਮ ਜਿਹੜਾ ਕਰਵਾਉਣਾ ਹੁੰਦਾ ਹੈ ਉਹਨੂੰ ਸੁਪਰਵਾਈਜ਼ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਔਰ ਮੈਨੇਜਮੈਂਟ ਇਸ ਤਰ੍ਹਾਂ ਨਹੀਂ ਹੈ
कि काम बारे तां कह दिता ते मुड़ के जिहड़ा हैगा देखना ही नहीं साल भर, इस तरह नहीं हो सकदा। ਉਹ सुपरवाइजरी ਜਿਹੜਾ ਹੈ ਸਟਾਫ ਜਿਹੜਾ ਹੈਗਾ ਉਹ ਨਾਲ ਹੀ ਜਿਹੜਾ ਹੈਗਾ ਸੁਪਰਵਾਈਜ਼ ਵੀ ਕਰਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ 10 ਵਰਕਰਸ ਨੇ, ਠੀਕ ਹੈ, 10 ਵਰਕਰਸ ਦੇ ਵਿੱਚੋਂ ਇੱਕ ਗਰੁੱਪ ਦਾ ਇੱਕ ਲੀਡਰ ਵੀ ਬਣਾਇਆ ਜਾਂਦਾ ਹੈ, ਠੀਕ ਹੈ, ਜਿਸ ਨੂੰ ਫੋਰਮੈਨ ਕਹਿੰਦੇ ਨੇ, ਠੀਕ ਹੈ। ਫੋਰਮੈਨ ਲਗਾਤਾਰ ਇਹ ਦੇਖਦਾ ਰਹਿੰਦਾ ਕਿ ਜਿਹੜੇ ਬਾਕੀ ਦੇ 9 ਵਰਕਰਸ ਨੇ ਉਹ ਠੀਕ ਕੰਮ ਕਰ ਰਹੇ ਨੇ, ਨਾਲੇ ਤਾਂ ਉਹ ਫੋਰਮੈਨ ਆਪ ਵੀ ਕੰਮ ਕਰ ਰਿਹਾ ਤੇ ਬਾਕੀਆਂ ਨੂੰ ਵੀ ਦੇਖ ਰਿਹਾ, ਮਤਲਬ ਰੈਗੂਲਰ ਸੁਪਰਵਿਜ਼ਨ ਹੁੰਦੀ ਹੈ, ਠੀਕ ਹੈ। ਫੋਰਮੈਨ ਜਿਹੜਾ ਹੈ ਉਹ ਉਹਦਾ ਕੰਮ ਚੈੱਕ ਕਰਨ ਵਾਸਤੇ ਉਹਦੇ ਤੋਂ ਵੱਡੇ ਆਫੀਸਰ ਜਿਹੜੇ ਸੁਪਰਵਾਈਜ਼ਰ ਵਗੈਰਾ ਲਗਾਏ ਹੋਏ ਨੇ, ਠੀਕ ਹੈ, ਉਹ ਜਿਹੜਾ ਉਹਦਾ ਕੰਮ ਚੈੱਕ ਕਰਦੇ ਨੇ, ਠੀਕ ਹੈ। ਇਸ ਤਰ੍ਹਾਂ ਜਿਹੜਾ ਹੈ ਸੁਪਰਵਿਜ਼ਨ ਜਿਹੜੀ ਹੈ ਨਾਲ ਦੀ ਨਾਲ ਰੱਖੀ ਜਾਂਦੀ ਹੈ, ਕਿਉਂਕਿ ਜੇ ਤੁਹਾਨੂੰ ਜਿਹੜੇ ਇਹ ਫੋਰਮੈਨ ਨੇ, ਜੇ ਉਹਨੂੰ ਲੱਗੇ ਕਿ ਕੋਈ ਵਰਕਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਦੱਸ ਸਕਦਾ ਕਿ ਕਿਸ ਤਰ੍ਹਾਂ ਕਰਨਾ ਹੈ, ਮਤਲਬ ਰੈਕਟੀਫਾਈ ਜਿਹੜਾ ਹੈ, ਕਰੈਕਟ ਉਹਨੂੰ ਕਰਨਾ ਜ਼ਰੂਰੀ ਹੈ, ਠੀਕ ਹੈ, ਕਰੈਕਟ ਕਰਨਾ ਉਸਨੂੰ ਜ਼ਰੂਰੀ ਹੈ, ਕਿਉਂਕਿ ਜੇ ਉਹ ਲਗਾਤਾਰ ਹੀ ਗਲਤੀਆਂ ਕਰਦਾ ਰਿਹਾ ਤਾਂ ਲਾਸਟ ਵਿੱਚ ਤਾਂ ਤੁਸੀਂ ਕੁਝ ਨਹੀਂ ਕਰ ਪਾਓਗੇ, ਠੀਕ ਹੈ। ਉਹਨੂੰ ਜਿੱਥੇ ਗਲਤੀ ਕਰ ਰਿਹਾ ਉਹਨੂੰ ਨਾਲ ਦੀ ਨਾਲ ਠੀਕ ਕਰਨਾ, ਕਰੈਕਟ ਕਰਨਾ, ਇਹ ਸੁਪਰਵਿਜ਼ਨ ਦੇ ਵਿੱਚ ਆ ਜਾਂਦਾ ਹੈ। ਮਤਲਬ ਨਿਗਾਹ ਰੱਖੀ ਜਾਂਦੀ ਹੈ, ਧਿਆਨ ਰੱਖਿਆ ਜਾਂਦਾ ਹੈ ਕਿ ਕੌਣ ਕਿਵੇਂ ਕੰਮ ਕਰ ਰਿਹਾ ਹੈ, ਸੁਪਰਵਿਜ਼ਨ ਦਾ ਮਤਲਬ ਹੈ, ਔਰ ਇਹ ਮੈਨੇਜਮੈਂਟ ਦਾ ਕੰਮ ਹੈ, ਲੋਅਰ ਲੈਵਲ ਦੀ ਮੈਨੇਜਮੈਂਟ ਦਾ ਕੰਮ ਹੈ ਖਾਸ ਕਰਕੇ ਇਹ, ਕਿਉਂਕਿ ਲੈਵਲਸ ਆਫ ਮੈਨੇਜਮੈਂਟ ਤੁਹਾਨੂੰ ਮੈਂ ਪਹਿਲਾਂ ਪੜ੍ਹਾਏ ਨੇ। ਜਿਹੜੀ ਲੋਅਰ ਲੈਵਲ ਦੇ ਆਫੀਸਰ ਨੇ, ਜਿਸ ਤਰ੍ਹਾਂ ਕਿ ਫੋਰਮੈਨ ਹੋ ਗਏ ਜਾਂ ਸੁਪਰਵਾਈਜ਼ਰ ਹੋ ਗਏ, ਠੀਕ ਹੈ, ਜਿਵੇਂ 9 ਵਰਕਰਸ ਦੇ ਨਾਲ ਇੱਕ ਫੋਰਮੈਨ ਹੈ ਤਾਂ 10 ਕੁ ਫੋਰਮੈਨ ਦੇ ਉੱਪਰ ਵੀ ਇੱਕ ਸੁਪਰਵਾਈਜ਼ਰ ਹੋਏਗਾ, ਠੀਕ ਹੈ। ਤਾਂ ਉਹ ਸਾਰੇ ਜਿਹੜੇ ਨਿਗਾਹ ਰੱਖਦੇ ਆ ਕੰਮ ਦੇ ਸੰਬੰਧ ਦੇ ਵਿੱਚ ਕਿ ਸਾਰਾ ਕੁਝ ਠੀਕ ਚੱਲ ਰਿਹਾ, ਜੇ ਨਹੀਂ ਠੀਕ ਚੱਲ ਰਿਹਾ ਤਾਂ ਉਹਨਾਂ ਨੂੰ ਕਿੱਦਾਂ ਕਰੈਕਟ ਕੀਤਾ ਜਾ ਸਕਦਾ ਹੈ, ਇਹ ਵੀ ਮੈਨੇਜਮੈਂਟ ਦਾ ਇੱਕ ਬਹੁਤ ਇੰਪੋਰਟੈਂਟ ਫੰਕਸ਼ਨ ਹੁੰਦਾ ਹੈ, ਠੀਕ ਹੈ। ਕੋਆਰਡੀਨੇਸ਼ਨ ਜਿਹੜਾ ਹੈ ਉਹ ਨੈਕਸਟ ਫੰਕਸ਼ਨ ਹੈਗਾ ਮੈਨੇਜਮੈਂਟ ਦਾ। ਕੋਆਰਡੀਨੇਸ਼ਨ ਦੇ ਵਿੱਚ ਕੀ ਹੈ ਕਿ ਜਿਹੜਾ ਕੋਆਰਡੀਨੇਸ਼ਨ ਦੇ ਵਿੱਚ ਜਿਹੜਾ ਹੈਗਾ ਕਿ ਇੱਕ ਤੋਂ ਬਾਅਦ ਅਗਲਾ ਜਿਹੜਾ ਹੈਗਾ ਦੂਸਰਾ ਕੰਮ ਕਰਵਾਉਣਾ ਹੁੰਦਾ ਕਿ ਕਿੰਨੀਆਂ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਆਰਗੇਨਾਈਜੇਸ਼ਨ ਦੀਆਂ, ਉਹਨਾਂ ਸਾਰਿਆਂ ਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਰਿਲੇਸ਼ਨ ਹੁੰਦਾ। ਤੇ ਕਿਸ ਤਰ੍ਹਾਂ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਅਕਸਰ ਐਗਜ਼ਾਮਪਲ ਦਿੰਦੀ ਆ ਕਿ ਕੱਪੜਾ ਜਿਨ੍ਹਾਂ ਨੇ ਬੁਣਨਾ ਹੈ, ਜਿਹੜੀਆਂ ਮਸ਼ੀਨਾਂ ਤੇ ਬੁਣਿਆ ਜਾਣਾ ਹੈ, ਉਸ ਤੋਂ ਪਹਿਲਾਂ ਜਿਹੜਾ ਹੈ ਥ੍ਰੈਡ ਔਰ ਧਾਗਾ ਜਿਹੜਾ ਹੈ ਉਹ ਤਿਆਰ ਹੋਣਾ ਚਾਹੀਦਾ ਹੈ। ਤਾਂ ਜਿਨ੍ਹਾਂ ਨੇ ਕਲਰ ਕਰਨਾ ਹੈਗਾ ਉਸ ਤੋਂ ਪਹਿਲਾਂ ਕੱਪੜਾ ਬੁਣਿਆ ਹੋਣਾ ਚਾਹੀਦਾ ਹੈ। ਜਿਨ੍ਹਾਂ ਨੇ ਪੈਕ ਕਰਨਾ ਹੈ ਉਸ ਤੋਂ ਪਹਿਲਾਂ ਕੱਪੜਾ ਜਿਹੜਾ ਰੈਡੀ ਟੂ ਪੈਕ ਹੋਣਾ ਚਾਹੀਦਾ। ਮਤਲਬ ਐਕਟੀਵਿਟੀਜ਼ ਇਹ ਅਲੱਗ-ਅਲੱਗ ਨੇ ਲੇਕਿਨ ਸਾਰੀਆਂ ਇੱਕ ਦੂਜੇ ਨਾਲ ਰਿਲੇਟਡ ਨੇ, ਠੀਕ ਹੈ। ਸੇਲਸ ਵਾਲਿਆਂ ਨੇ ਤਾਂ ਹੀ ਵੇਚਣਾ ਜੇ ਪੈਕ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਫਿਰ ਉਹੀ ਸਰਕਲ ਚੱਲ ਪੈਂਦਾ ਕਿ ਜੇ ਧਾਗਾ ਬਣਾਉਣਾ ਹੈ ਤਾਂ ਕਾਟਨ ਖਰੀਦੀ ਹੋਈ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਕਿਸੇ ਵੀ ਆਰਗੇਨਾਈਜੇਸ਼ਨ ਦੀਆਂ, ਇਹ ਇੱਕ ਦੂਜੇ ਨਾਲ ਰਿਲੇਟਡ ਨੇ। ਤਾਂ ਮੈਨੇਜਮੈਂਟ ਦਾ ਇਹ ਕੰਮ ਹੁੰਦਾ ਹੈ ਕਿ ਸਭ ਨੂੰ ਚੈੱਕ ਕਰਦੇ ਰਹਿਣਾ, ਠੀਕ ਹੈ, ਸਭ ਨੂੰ ਚੈੱਕ ਕਰਦੇ ਰਹਿਣਾ ਕਿ ਸਾਰੇ ਠੀਕ ਠਾਕ ਚੱਲ ਰਹੇ ਨੇ, ਕਿਉਂਕਿ ਹਰੇਕ ਡਿਪਾਰਟਮੈਂਟ ਨੇ ਨਾ ਬੇਟੇ ਆਪਣਾ ਆਪਣਾ ਹੀ ਕੰਮ ਕਰਨਾ ਹੁੰਦਾ ਹੈ। ਉਹਨਾਂ ਨੇ ਦੂਸਰੇ ਕੰਮ ਦੇ ਡਿਪਾਰਟਮੈਂਟ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਲੇਕਿਨ ਮੈਨੇਜਮੈਂਟ ਜਿਹੜੀ ਹੈ ਉਹ ਸਾਰੇ ਡਿਪਾਰਟਮੈਂਟਸ ਦੇ ਕੰਮ ਨੂੰ ਕੋਆਰਡੀਨੇਟ ਕਰਦੀ ਹੈ। ਤੇ ਜੇ ਮੈਨੇਜਮੈਂਟ ਦੇਖਦੀ ਹੈ ਕਿ ਕੋਈ ਡਿਵੀਏਸ਼ਨ ਹੈ, ਡਿਵੀਏਸ਼ਨ ਮੀਨਸ ਕੋਈ ਘਾਟਵਾਦ ਹੈਗੀ ਹੈ, ਤਾਂ ਉਸ ਡਿਵੀਏਸ਼ਨ ਨੂੰ ਜਿਹੜਾ ਹੈਗਾ ਉਹ ਠੀਕ ਕਰਨ ਦਾ, ਰੈਕਟੀਫਾਈ ਕਰਨ ਦਾ, ਕਰੈਕਟ ਕਰਨ ਦਾ ਕੰਮ ਜਿਹੜਾ ਹੈਗਾ ਉਹ ਮੈਨੇਜਮੈਂਟ ਦਾ ਹੁੰਦਾ ਹੈ। ਕਿਉਂਕਿ ਮੈਨੇਜਮੈਂਟ ਹੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ, ਸਾਰਿਆਂ ਦੇ, ਉਹਨੂੰ ਮੈਨੇਜਮੈਂਟ ਨੂੰ ਪਤਾ ਹੁੰਦਾ ਕਿ ਮੇਨ ਆਬਜੈਕਟਿਵ ਕੀ ਹੈ। ਸਾਰੇ ਡਿਪਾਰਟਮੈਂਟਸ ਨੂੰ ਤਾਂ ਇੱਕ ਇੱਕ ਆਬਜੈਕਟਿਵ ਦਿੱਤਾ ਹੋਇਆ ਹੈ, ਲੇਕਿਨ ਉਹ ਸਾਰਿਆਂ ਨੂੰ ਜਿਹੜਾ ਆਬਜੈਕਟਿਵ ਦਿੱਤਾ ਹੋਇਆ ਉਹ ਸਾਰੇ ਆਬਜੈਕਟਿਵਸ ਪੂਰੇ ਹੋਣ ਨਾਲ ਇੱਕ ਮੇਨ ਆਬਜੈਕਟਿਵ ਨੇ ਪੂਰਾ ਹੋਣਾ ਹੈ, ਠੀਕ ਹੈ। ਇੱਕ ਮੇਨ ਗੋਲ ਜਿਹੜਾ ਹੈ, ਏਮ ਹੈ ਜਿਹੜਾ ਫਿਕਸ ਹੋਇਆ ਉਸਨੇ ਪੂਰਾ ਹੋਣਾ ਹੈ, ਠੀਕ ਹੈ। ਤਾਂ ਸਾਰਿਆਂ ਦੀਆਂ ਐਕਟੀਵਿਟੀਜ਼ ਨੂੰ ਕੋਆਰਡੀਨੇਟ ਕਰਨਾ, ਪੰਜਾਬੀ ਚ ਇਹਨੂੰ ਤਾਲਮੇਲ ਕਹਿੰਦੇ ਨੇ ਬੇਟਾ, ਠੀਕ ਹੈ। ਤਾਲਮੇਲ ਬਿਠਾਣਾ ਜਿਹੜਾ ਹੈਗਾ ਉਹ ਮੈਨੇਜਮੈਂਟ ਦਾ ਕੰਮ ਹੈ, ਕਿਉਂਕਿ ਸਭ ਨੇ ਸਿਰਫ ਆਪਣੇ ਆਪਣੇ ਡਿਪਾਰਟਮੈਂਟ ਦਾ ਕੰਮ ਕਰਨਾ, ਲੇਕਿਨ ਮੈਨੇਜਮੈਂਟ ਨੇ ਸਾਰਿਆਂ ਦੇ ਕੰਮ ਨੂੰ ਜਿਹੜਾ ਹੈਗਾ ਚੈੱਕ ਕਰਨਾ ਹੈ ਕਿ ਉਹ ਸਭ ਟਾਈਮ ਸਿਰ ਹੋ ਰਹੇ ਹੈ ਕਿ ਨਹੀਂ ਹੋ ਰਹੇ, ਠੀਕ ਹੈ। ਨੈਕਸਟ ਹੈ
कंट्रोलिंग, ठीक है। नेक्स्ट फंक्शन, लास्ट फंक्शन है ਤੁਹਾਡਾ कंट्रोलिंग। कंट्रोलिंग ਦੇ ਵਿੱਚ ਕੀ ਕੀਤਾ ਜਾਂਦਾ ਹੈਗਾ ਬੇਟਾ, कंट्रोलिंग ਦੇ ਵਿੱਚ ਜਿਹੜਾ ਹੈ ਜਿਹੜੇ ਵੀ ਟਾਰਗੇਟਸ ਵਗੈਰਾ ਫਿਕਸ ਕੀਤੇ ਹੋਏ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਉਹਦੇ ਅਕੋਰਡਿੰਗਲੀ ਜਿਹੜਾ ਹੈ ਹਰੇਕ ਦੀ ਜਿਹੜੀ ਹੈ ਪਰਫਾਰਮੈਂਸ, ਹਰੇਕ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹਨੂੰ ਜਿਹੜਾ ਹੈ ਪਹਿਲਾਂ ਤਾਂ ਸਟੈਂਡਰਡ ਫਿਕਸ ਕਰ ਦਿੱਤੇ ਜਾਂਦੇ ਨੇ ਕਿ ਕਿਸ ਤੋਂ ਕਿੰਨਾ ਕੰਮ ਕਰਵਾਉਣਾ ਹੈ। ਫਿਕਸ ਕਰ ਲਿਆ, ਉਹਨੂੰ ਕਹਿੰਦੇ ਨੇ ਕਿ ਪਰਫਾਰਮੈਂਸ ਦੀ ਜਿਹੜੀ ਅਸੀਂ ਸਟੈਂਡਰਡ ਫਿਕਸ ਕਰ ਲਏ, ਐਸਟੈਬਲਿਸ਼ ਕਰ ਲਏ ਗਏ ਕਿ ਕਿਸ ਤੋਂ ਕਿੰਨਾ ਕੰਮ ਕਰਵਾਉਣਾ ਹੈ, ਠੀਕ ਹੈ। ਫਿਰ ਉਹਦੇ ਕੀਤੇ ਹੋਏ ਕੰਮ ਨੂੰ ਮੈਜ਼ਰ ਕਰਨਾ ਹੈ, ਐਕਚੁਅਲ ਜਿਹੜੀ ਉਹਨੇ ਪਰਫਾਰਮੈਂਸ ਦਿੱਤੀ। ਪਹਿਲਾਂ ਤਾਂ ਉਹਨੂੰ ਇਹ ਕਿਹਾ ਗਿਆ ਕਿ ਕਿੰਨੀ ਪਰਫਾਰਮੈਂਸ ਤੂੰ ਦੇਣੀ ਹੈ, ਠੀਕ ਹੈ। ਫਿਰ ਚੈੱਕ ਕਰਨਾ ਹੈ ਕਿ ਕਿਆ ਉਹਨੇ ਉਨੀ ਪਰਫਾਰਮੈਂਸ ਦਿੱਤੀ ਹੈ ਕਿ ਨਹੀਂ ਦਿੱਤੀ, ਠੀਕ ਹੈ। ਫਿਰ ਜਿੰਨੀ ਪਰਫਾਰਮੈਂਸ ਦਿੱਤੀ ਹੈ ਉਹਨੂੰ ਮੈਜ਼ਰ ਕਰ ਲੈਣਾ। ਥਰਡ ਹੈ ਕਿ ਤੁਸੀਂ ਉਹਨੂੰ ਐਕਚੁਅਲ ਨੂੰ ਜੋ ਫਿਕਸ ਕੀਤੀ ਗਈ ਸੀ ਪਰਫਾਰਮੈਂਸ ਉਹਦੇ ਨਾਲ ਮੈਜ਼ਰ ਕਰਕੇ ਦੇਖੋ ਕਿ ਉਹਦੇ ਅਕੋਰਡਿੰਗ ਠੀਕ ਹੈ, ਕਿ ਜਿੰਨੀ ਫਿਕਸ ਕੀਤੀ ਗਈ ਸੀ ਪਰਫਾਰਮੈਂਸ ਉਹਨੂੰ ਦੇਣ ਵਾਸਤੇ ਕਿਹਾ ਗਿਆ ਸੀ ਕਿ ਉਹਨੇ ਉਨੀ ਹੀ ਦਿੱਤੀ ਹੈ, ਠੀਕ ਹੈ। ਉਹਨੂੰ ਕੰਪੇਅਰ ਕਰਕੇ ਦੇਖਣਾ ਹੈ ਘੱਟ ਹੈ ਕਿ ਵੱਧ ਹੈ। ਜੇ ਤਾਂ ਵੱਧ ਹੈਗੀ ਹੈ ਤਾਂ ਉਹਨੂੰ ਸ਼ਾਬਾਸ਼ ਵੀ ਦੇਣੀ ਹੈ, ਉਹਨੂੰ ਐਕਸੀਲੈਂਟ ਵੀ ਕਹਿਣਾ ਹੈ, ਉਹਨੂੰ ਮੋਟੀਵੇਟ ਵੀ ਕਰਨਾ ਹੈ, ਠੀਕ ਹੈ। ਉਹਦੇ ਲਈ ਕੁਝ ਪੈਸੇ ਸੰਬੰਧੀ ਉਹਨੂੰ ਇਨਾਮ ਵੀ ਦੇਣੇ ਨੇ, ਜੋ ਵੀ ਕਰਨਾ ਹੈਗਾ, ਉਹਨੂੰ ਪ੍ਰਮੋਸ਼ਨ ਵੀ ਦੇਣੀ ਹੈ, ਠੀਕ ਹੈ, ਕਿ ਉਹਨੇ ਟਾਰਗੇਟ ਤੋਂ ਵੱਧ ਕੰਮ ਕੀਤਾ, ਠੀਕ ਹੈ। ਜੇ ਘੱਟ ਕੀਤਾ ਤਾਂ ਉਹਨੂੰ ਕਰੈਕਟਿਵ ਮੈਜਰਸ ਜਿਹੜੇ ਆ ਉਹ ਲੈਣ ਲਈ ਕਿਹਾ ਜਾਏਗਾ ਕਿ ਜਿਹੜਾ ਹੈ ਇਹ ਹੁਣ ਤੁਸੀਂ ਜੇ 10 ਚੀਜ਼ਾਂ ਬਣਾਏ ਹੋ ਤਾਂ ਤੁਹਾਨੂੰ ਬਣਾਉਣੀਆਂ 12 ਚਾਹੀਦੀਆਂ ਹੈਗੀਆਂ, 2 ਤੁਸੀਂ ਕਿਵੇਂ ਬਣਾ ਸਕਦੇ ਹੋ। ਉਹਨੂੰ ਚੈੱਕ ਕੀਤਾ ਜਾਏਗਾ ਕਿ ਉਹ ਕੰਮ ਕਿਵੇਂ ਕਰਦਾ ਹੈ, ਉਹਦੇ ਕੰਮ ਕਰਨ ਦਾ ਢੰਗ ਕੀ ਹੈ, ਕਿੱਥੇ ਟਾਈਮ ਵੇਸਟ ਹੋ ਰਿਹਾ ਉਹਦਾ, ਉਹ ਸਾਰੀ ਜਿਹੜੀਆਂ ਕਰੈਕਸ਼ਨਸ ਜਿਹੜੀਆਂ ਕਰਵਾ ਦਿੱਤੀਆਂ ਜਾਣਗੀਆਂ, ਠੀਕ ਹੈ। ਇਹਨੂੰ ਕੰਟਰੋਲਿੰਗ ਕਹਿੰਦੇ ਨੇ, ਠੀਕ ਹੈ। ਪਹਿਲਾਂ ਤਾਂ ਉਹਦਾ ਟਾਰਗੇਟ ਫਿਕਸ ਕਰਨਾ, ਕਿਸੇ ਵੀ EMPLOYEE ਦਾ, ਕਿਸੇ ਵੀ ਗਰੁੱਪ ਆਫ EMPLOYEES ਦਾ ਟਾਰਗੇਟ ਫਿਕਸ ਕਰਨਾ। ਫਿਰ ਐਕਚੁਅਲ ਚ ਉਹਨੇ ਕੀ ਕੀਤਾ ਉਹਨੂੰ ਮੈਜ਼ਰ ਕਰੋ। ਫਿਰ ਐਕਚੁਅਲ ਚ ਜੋ ਹੋਇਆ ਤੇ ਉਹਨੂੰ ਜੋ ਕਿਹਾ ਗਿਆ ਸੀ ਉਹਦੇ ਨਾਲ ਕੰਪੇਅਰ ਕਰਨਾ। ਦੈਨ ਫਿਰ ਉਹਦੇ ਵੇਰੀਐਂਸਿਸ ਜਿਹੜੇ ਆ ਜਾਂ ਡਿਵੀਏਸ਼ਨਸ ਮੀਨਸ ਘਾਟਾਂ ਵਾਧਾਂ ਉਹ ਚੈੱਕ ਕਰਨੀ ਹੈ ਕਿ ਉਹਨੇ ਘੱਟ ਕੰਮ ਕੀਤਾ, ਲੈਸ ਕੀਤਾ ਕਿ ਮੋਰ ਕੀਤਾ, ਠੀਕ ਹੈ। ਤੁਹਾਨੂੰ ਮੈਂ ਦੱਸ ਦਿੱਤਾ ਜੇ ਮੋਰ ਕੀਤਾ ਤਾਂ ਵੀ ਜਿਹੜਾ ਹੈਗਾ ਉਹਨੂੰ ਸ਼ਾਬਾਸ਼ੀ ਮਿਲੇਗੀ, ਮੋਟੀਵੇਟ ਕੀਤਾ ਜਾਏਗਾ, ਇਨਾਮ ਵੀ ਮਿਲੇਗਾ, ਕੁਝ ਵੀ ਹੋ ਸਕਦਾ, ਪ੍ਰਮੋਸ਼ਨ ਵੀ ਮਿਲ ਸਕਦੀ ਹੈ। ਬਟ ਜੇ ਘੱਟ ਕੀਤਾ ਤਾਂ ਉਹਦੇ ਲਈ ਕੀ ਕੀਤਾ ਕਰਨਾ ਹੈ, ਟੇਕਿੰਗ ਕਰੈਕਟਿਵ ਐਕਸ਼ਨ ਔਰ ਮੈਜਰਸ। ਤੇ ਜਿਹੜਾ ਹੈ ਉਹਦੇ ਲਈ ਕੁਝ ਨਾ ਕੁਝ ਸੋਚਿਆ ਜਾਏਗਾ ਵੀ ਜੋ ਵੀ ਉਹਨੇ ਘੱਟ ਕੀਤਾ ਹੈਗਾ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਅਗਲੇ ਦਿਨ ਜ਼ਿਆਦਾ ਮਜ਼ਦੂਰ ਰੱਖੇ ਜਾ ਸਕਦੇ ਆ ਤਾਂ ਕਿ ਕੰਮ ਜਿਹੜਾ ਘੱਟ ਹੋਇਆ ਉਹ ਪੂਰਾ ਹੋ ਸਕੇ, ਜਾਂ ਜੋ ਉਹਨੂੰ ਹੀ ਦੁਬਾਰਾ ਜਿਹੜਾ ਹੈ ਸਮਝਾਇਆ ਜਾ ਸਕਦਾ ਹੈ ਕਿ ਉਹਦਾ ਕੰਮ ਚੈੱਕ ਕੀਤਾ ਜਾਏਗਾ ਅਗਲੇ ਦਿਨ, ਤਾਂ ਉਹਨੂੰ ਦੱਸਿਆ ਜਾਏਗਾ ਕਿ ਤੂੰ ਕਿਸ ਤਰ੍ਹਾਂ ਕੰਮ ਕਰ ਤਾਂ ਕਿ ਜਿਹੜਾ ਹੈ ਤੇਰਾ ਟਾਰਗੇਟ ਹੈਗਾ ਜਿਹੜਾ ਉਹ ਪੂਰਾ ਹੋ ਜਾਏ, ਠੀਕ ਹੈ। And that was all about the